ਹੈਲੋ एवरीवन। ਅੱਜ ਦਾ ਆਪਣਾ ਟੌਪਿਕ ਹੈ ਇੰਡਕਟਿਵ ਅਪਰੋਚ ਐਂਡ ਡਿਡਕਟਿਵ ਅਪਰੋਚ। ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਆਪਣਾ ਮੋਸਟ ਇੰਪੋਰਟੈਂਟ ਟੌਪਿਕ ਹੈ। ਮੋਸਟ ਇੰਪੋਰਟੈਂਟ ਟੌਪਿਕ ਕਿਉਂ ਹੈ? ਕਿਉਂਕਿ ਆਪਣੇ ਸਿਲੇਬਸ ਦੇ ਵਿੱਚ ਇਹ ਟੌਪਿਕ ਇੰਗਲਿਸ਼ ਪੈਡਾਗੋਜੀ 'ਚ ਵੀ ਹੈ, ਪੰਜਾਬੀ ਪੈਡਾਗੋਜੀ 'ਚ ਵੀ ਹੈ ਅਤੇ ਸਾਈਕੋਲੋਜੀ 'ਚ ਵੀ ਹੈ। ਯਾਨੀ ਕਿ ਐਗਜ਼ਾਮ ਦੇ ਵਿੱਚ ਆਪਾਂ ਨੂੰ ਇਹ ਤਿੰਨਾਂ ਪਾਰਟਸ ਦੇ ਵਿੱਚ ਵੇਖਣ ਨੂੰ ਮਿਲ ਸਕਦਾ ਇਹਦੇ ਵਿੱਚੋਂ ਕੁਐਸਚਨ। ਤਾਂ ਇਹਨੂੰ ਆਪਾਂ ਧਿਆਨ ਨਾਲ ਕਵਰ ਕਰ ਲੈਣਾ। ਅੱਜ ਆਪਾਂ ਦੋ ਲੈਂਗੁਏਜਸ ਦੇ ਵਿੱਚ ਸਾਈਡ ਬਾਏ ਸਾਈਡ ਕਵਰ ਕਰਾਂਗੇ, ਇੰਗਲਿਸ਼ ਐਂਡ ਪੰਜਾਬੀ ਦੇ ਵਿੱਚ, ਤਾਂ ਕਿ ਕੋਈ ਕਨਫਿਊਜ਼ਨ ਨਾ ਰਵੇ ਕਿ ਤੁਹਾਡੇ ਦੋ ਸਾਈਡ ਤੋਂ ਟੌਪਿਕ ਕੰਪਲੀਟ ਹੋ ਜਾਵੇ। ਹੁਣ ਮੈਂ ਨਾਲ ਦੀ ਨਾਲ ਤੁਹਾਨੂੰ ਟ੍ਰਿਕਸ ਵੀ ਸ਼ੇਅਰ ਕਰਦੀ ਜਾਊਂਗੀ ਕਿ ਆਪਾਂ ਕੁਇਕ ਰਿਵੀਜ਼ਨ ਕਰ ਰਹੇ ਹਾਂ, ਉਹਦੇ ਵਿੱਚ ਆਪਾਂ ਕਿਹੜੀਆਂ ਟ੍ਰਿਕਸ ਨੇ ਇਹਨਾਂ ਨੂੰ ਈਜ਼ੀਲੀ ਲਰਨ ਕਰ ਸਕਦੇ ਹਾਂ। ਇਹਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ, ਅਕਸਰ ਕਨਫਿਊਜ਼ਨ ਹੋ ਜਾਂਦੀ ਹੈ ਕਿ ਨਾ ਪੇਪਰ ਦੇ ਵਿੱਚ ਸਾਰੇ ਰੂਲ ਆਪਣੇ ਜਾਂ ਸਾਰੇ ਪੁਆਇੰਟਸ ਇਹ ਉਲਝ ਜਾਂਦੇ ਆ। ਤਾਂ ਉਹਦੇ ਲਈ ਆਪਾਂ ਕੀ ਚੀਜ਼ ਕਰ ਸਕਦੇ ਹਾਂ, ਤੁਸੀਂ ਦੋਵਾਂ ਦੇ ਵਿੱਚੋਂ ਇੱਕ ਦੇ ਸਾਰੇ ਪੁਆਇੰਟ ਬਿਲਕੁਲ ਚੰਗੀ ਤਰ੍ਹਾਂ ਯਾਦ ਕਰ ਲਓ। ਵੈਸੇ ਤੁਹਾਨੂੰ ਕਲੀਅਰ ਹੋਣੇ ਚਾਹੀਦੇ ਆ, ਪਰ ਇੱਕ ਦੇ ਪੁਆਇੰਟ ਵੀ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਗਏ ਤਾਂ ਦੂਸਰਾ ਬਿਲਕੁਲ ਉਹਦੇ ਆਪੋਜ਼ਿਟ ਹੈ। ਇਹ ਨਹੀਂ ਅੱਧੇ ਉਹਦੇ ਫਿਰ ਮਿਕਸ ਕਰਕੇ ਨਾ ਕਈ ਵਾਰੀ ਉਲਝ ਜਾਂਦਾ ਟੌਪਿਕ। ਤਾਂ ਆਪਾਂ ਨੂੰ ਧਿਆਨ ਨਾਲ ਦੇਖ ਲੈਂਦੇ ਹਾਂ। ਜਿਵੇਂ ਆਪਣੇ ਕੋਲ ਹੈਗਾ ਇੰਡਕਟਿਵ ਅਪਰੋਚ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਆਗਮਨ ਵਿਧੀ, ਅਤੇ ਡਿਡਕਟਿਵ ਅਪਰੋਚ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਹਾਂ ਨਿਗਮਨ ਵਿਧੀ। ਇੰਡਕਟਿਵ ਅਪਰੋਚ ਦੇ ਵਿੱਚ ਵੇਖੋ ਕੀ ਹੈ, ਇਹ ਹੈ ਸਿੰਪਲ ਟੂ ਕੰਪਲੈਕਸ। ਇਹਦੇ ਵਿੱਚ ਅਸੀਂ ਯਾਨੀ ਸਧਾਰਨ ਤੋਂ ਗੁੰਝਲਦਾਰ ਵੱਲ ਜਾਂਦੇ ਹਾਂ। ਐਗਜ਼ਾਮਪਲ ਟੂ ਰੂਲ, ਅਸੀਂ ਉਦਾਹਰਨ ਤੋਂ ਨਿਯਮ ਵੱਲ ਜਾਂਦੇ ਹਾਂ। ਬੋਟਮ ਅਪ ਅਪਰੋਚ ਹੈ, ਯਾਨੀ ਹੇਠਾਂ ਤੋਂ ਅਸੀਂ ਉੱਪਰ ਨੂੰ ਜਾਂਦੇ ਹਾਂ। ਸਪੈਸੀਫਿਕ ਟੂ ਜਨਰਲ ਜਾਂਦੇ ਹਾਂ, ਵਿਸ਼ਿਸ਼ਟ ਤੋਂ ਸਧਾਰਨ ਵੱਲ ਜਾਂਦੇ ਹਾਂ। ਕਨਕਰੀਟ ਟੂ ਐਬਸਟਰੈਕਟ, ਮੂਰਤ ਤੋਂ ਅਮੂਰਤ ਵੱਲ ਜਾਂਦੇ ਹਾਂ। ਡਿਵਰਜੈਂਟ ਥਿੰਕਿੰਗ, ਬਹੁਵਿਧ ਚਿੰਤਨ ਹੈ, ਯਾਨੀ ਅਸੀਂ ਜ਼ਿਆਦਾ ਦਿਸ਼ਾਵਾਂ ਵਿੱਚ ਸੋਚਣ ਲੱਗਦੇ ਹਾਂ ਇਹਦੇ ਨਾਲ। ਨਾਊਨ ਟੂ ਅਨਨਾਊਨ, ਯਾਨੀ ਜੋ ਚੀਜ਼ਾਂ ਅਸੀਂ ਜਾਣਦੇ ਹਾਂ ਉਹਦੇ ਤੋਂ ਅਸੀਂ ਅਨਨਾਊਨ ਵੱਲ, ਜਿਨ੍ਹਾਂ ਨੂੰ ਨਹੀਂ ਜਾਣਦੇ ਉਹਨਾਂ ਵੱਲ ਵੱਧਦੇ ਹਾਂ। ਅੱਗੇ ਡਿਡਕਟਿਵ ਅਪਰੋਚ, ਇਹ ਕੀ ਹੈ, ਨਿਗਮਨ ਵਿਧੀ ਹੈ। ਇਹਦੇ ਵਿੱਚ ਸਾਰਾ ਕੁਛ ਉਹਦੇ ਉਲਟਾ ਹੈ, ਹਰੇਕ ਪੁਆਇੰਟ ਉਲਟਾ ਹੈ, ਧਿਆਨ ਨਾਲ ਵੇਖ ਲਓ। ਜਿਵੇਂ ਕੰਪਲੈਕਸ ਟੂ ਸਿੰਪਲ ਹੈ, ਇਹਦੇ ਵਿੱਚ ਗੁੰਝਲਦਾਰ ਤੋਂ ਸਧਾਰਨ ਜਾਂਦੇ ਹਾਂ। ਰੂਲ ਟੂ ਐਗਜ਼ਾਮਪਲ ਹੈ, ਨਿਯਮ ਤੋਂ ਅਸੀਂ ਉਦਾਹਰਨ ਵੱਲ ਜਾਂਦੇ ਹਾਂ। ਟੌਪ ਡਾਊਨ ਅਪਰੋਚ ਹੈ, ਉੱਪਰ ਤੋਂ ਅਸੀਂ ਹੇਠਾਂ ਨੂੰ ਜਾਂਦੇ ਹਾਂ। ਜਨਰਲ ਟੂ ਸਪੈਸੀਫਿਕ ਹੈ, ਸਧਾਰਨ ਤੋਂ ਅਸੀਂ ਵਿਸ਼ਿਸ਼ਟ ਵੱਲ ਵੱਧਦੇ ਹਾਂ। ਐਬਸਟਰੈਕਟ ਟੂ ਕੰਕਰੀਟ ਹੈ, ਅਮੂਰਤ ਤੋਂ ਮੂਰਤ ਵੱਲ ਵੱਧਦੇ ਹਾਂ। ਕਨਵਰਜੈਂਟ ਥਿੰਕਿੰਗ ਹੈ, ਇੱਕ ਵਿਧ ਚਿੰਤਨ ਹੈ, ਯਾਨੀ ਅਸੀਂ ਇੱਕ ਦਿਸ਼ਾ ਦੇ ਵਿੱਚ ਸੋਚਦੇ ਹਾਂ। ਅਨਨਾਊਨ ਟੂ ਨੋਨ, ਯਾਨੀ ਕਿ ਅਸੀਂ ਜਿਹੜਾ ਨਹੀਂ ਜਾਣਦੇ, ਅਸੀਂ ਜਿੱਧਰ ਨੂੰ ਜਾਣਦੇ ਹਾਂ ਅਸੀਂ ਉੱਧਰ ਨੂੰ ਵੱਧਦੇ ਹਾਂ। ਇੰਨੇ ਤੱਕ ਪੁਆਇੰਟ ਕਲੀਅਰ ਹੋ ਗਏ? ਕਿਉਂਕਿ ਇਸ ਟੌਪਿਕ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਪੁਆਇੰਟਸ ਯਾਦ ਹੋਣਾ ਤੁਹਾਨੂੰ, ਕਿਉਂਕਿ ਪੇਪਰ ਦੇ ਵਿੱਚ ਅਕਸਰ ਉਹ ਦੇ ਦਿੰਦੇ ਆ ਬੋਟਮ ਅਪ ਅਪਰੋਚ। ਬੋਟਮ ਅਪ ਅਪਰੋਚ ਕਿਹਦੇ ਅੰਡਰ ਹੈ? ਤਾਂ ਉਹ ਕੀ ਹੋਊਗੀ, ਇੰਡਕਟਿਵ ਅਪਰੋਚ ਆਨਸਰ ਲਗਾਵਾਂਗੇ। ਜੇ ਟੌਪ ਡਾਊਨ ਅਪਰੋਚ ਲਿਖਿਆ ਹੋਵੇ ਤਾਂ ਉਹ ਕੀ ਹੋਊਗੀ, ਡਿਡਕਟਿਵ ਅਪਰੋਚ। ਤਾਂ ਇਹ ਪਹਿਲਾ ਪੁਆਇੰਟ ਸਭ ਤੋਂ ਜ਼ਰੂਰੀ ਹੈ ਯਾਦ ਰੱਖਣਾ। ਕਈ ਵਾਰੀ ਐਗਜ਼ਾਮ ਦੇ ਵਿੱਚ ਕੁਐਸਚਨ ਇਵੇਂ ਆ ਜਾਂਦਾ ਜਿਵੇਂ ਲਿਖਿਆ ਹੋਇਆ ਕਿ ਸਪੈਸੀਫਿਕ ਟੂ ਜਨਰਲ, ਅਸੀਂ ਕਿਹਦੇ ਵਿੱਚ ਜਾਂਦੇ ਹਾਂ? ਤਾਂ ਆਨਸਰ ਤੁਸੀਂ ਲਗਾ ਦਿਓਗੇ ਇੰਡਕਟਿਵ ਅਪਰੋਚ। ਜੇ ਆ ਜਾਵੇ ਜਨਰਲ ਟੂ ਸਪੈਸੀਫਿਕ ਕਿਹਦੇ ਵੱਲ ਜਾਂਦੇ ਹਾਂ, ਤਾਂ ਉਹ ਹੈ ਡਿਡਕਟਿਵ ਅਪਰੋਚ। ਅਤੇ ਕਈ ਵਾਰ ਕੁਐਸਚਨ ਐਵੇਂ ਆ ਜਾਂਦਾ ਕਿ ਮੰਨ ਲਓ ਟੀਚਰ ਕੋਲ ਕਲਾਸ ਹੈ, ਉਹਨੇ ਉਸ ਕਲਾਸ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣਾ। ਬੱਚਿਆਂ ਨੂੰ ਉਹਨੇ ਸਭ ਤੋਂ ਪਹਿਲਾਂ ਆ ਕੇ ਰੂਲ ਬੋਲਤੇ ਸਾਰੇ। ਰੂਲ ਬੋਲਣ ਤੋਂ ਬਾਅਦ ਉਹਨੇ ਕਿਹਾ ਬੱਚਿਆਂ ਨੂੰ ਕਿ ਸਾਰੇ ਰੂਲ ਸਮਝਾਤੇ। ਉਸ ਤੋਂ ਬਾਅਦ ਉਹਨੇ ਐਗਜ਼ਾਮਪਲ ਦੇ ਦਿੱਤੀਆਂ। ਫਿਰ ਉਹਨੇ ਐਗਜ਼ਾਮਪਲ ਦੇ ਕੇ ਫਿਰ ਕਿਹਾ ਕਿ ਇੱਥੇ ਕਿਹੜਾ ਰੂਲ ਅਪਲਾਈ ਹੋ ਰਿਹਾ। ਤਾਂ ਉੱਥੇ ਉਹ ਟੀਚਰ ਕਿਹੜੀ ਵਿਧੀ ਯੂਜ਼ ਕਰ ਰਿਹਾ? ਤਾਂ ਉਹ ਕੀ ਯੂਜ਼ ਕਰ ਰਿਹਾ? ਡਿਡਕਟਿਵ। ਕਿਉਂਕਿ ਆਉਂਦਿਆਂ ਸਾਰ ਜਿਵੇਂ ਆਪਣੀ ਗ੍ਰਾਮਰ ਹੈ, ਗ੍ਰਾਮਰ ਡਿਡਕਟਿਵ ਅਪਰੋਚ ਅਕੋਰਡਿੰਗ ਚੱਲਦੀ ਹੈ। ਉੱਥੇ ਕੀ ਕਰਦਾ ਟੀਚਰ, ਕਲਾਸ 'ਚ ਆਉਂਦਿਆਂ ਸਾਰ ਸਾਰੇ ਰੂਲ ਸਭ ਤੋਂ ਪਹਿਲਾਂ ਬੋਲ ਦਿੰਦਾ। ਉਸ ਤੋਂ ਬਾਅਦ ਐਕਸਰਸਾਈਜ਼ ਕਰਾਉਣਾ ਸ਼ੁਰੂ ਕਰਦਾ। ਤਾਂ ਟੀਚਰ ਕੀ ਕਰ ਰਿਹਾ ਹੁੰਦਾ, ਰੂਲ ਟੂ ਐਗਜ਼ਾਮਪਲ ਜਾ ਰਿਹਾ, ਤਾਂ ਡਿਡਕਟਿਵ ਅਪਰੋਚ ਯੂਜ਼ ਕਰ ਰਿਹਾ ਹੈ। ਅਤੇ ਜੇ ਇੰਡਕਟਿਵ ਅਪਰੋਚ ਕੀ ਹੈ, ਇੰਡਕਟਿਵ ਅਪਰੋਚ ਦੇ ਵਿੱਚ ਪਹਿਲਾਂ ਐਗਜ਼ਾਮਪਲ ਤੋਂ ਰੂਲ ਵੱਲ ਲੈ ਕੇ ਆਉਂਦਾ, ਯਾਨੀ ਕਿ ਬੱਚੇ ਨੂੰ ਜੋ ਕੁਛ ਪਹਿਲਾਂ ਤੋਂ ਜਾਣਦਾ ਬੱਚਾ, ਉਹਦੇ ਤੋਂ ਅਨਨੋਨ ਟੂ ਅਨਨੋਨ ਲੈ ਕੇ ਆਉਂਦਾ। ਉਹਦੇ ਵਿੱਚ ਜਿਵੇਂ ਟੀਚਰ ਆ ਕੇ ਬੱਚੇ ਨੂੰ ਪੁੱਛਦਾ ਹੈ ਕਿ ਬੱਚੇ ਇਹ ਕੀ ਆ, ਉਹ ਕੀ ਆ। ਜਿਵੇਂ ਬੱਚਾ ਦੱਸਦਾ ਹੈ ਕਿ ਇਹ ਰਾਮ ਸ਼ਾਮ ਸਾਰੇ ਨੇਮ ਲੈ ਆਉਂਦੇ। ਉਸ ਤੋਂ ਬਾਅਦ ਟੀਚਰ ਉਹਨੂੰ ਦੱਸਦਾ ਇਹ ਸਾਰੇ ਕੀ ਹੈ, ਇਹ ਸਾਰੇ ਨਾਊਨ ਦੇ ਅੰਡਰ ਆਉਂਦੇ ਹੈ। ਠੀਕ ਹੈ, ਇਹਦੇ ਵਿੱਚ ਬੱਚੇ ਨੂੰ ਜੋ ਕੁਛ ਪਤਾ ਅਸੀਂ ਉਹਦੇ ਤੋਂ ਬੱਚੇ ਨੂੰ ਨੋਨ ਟੂ ਅਨਨੋਨ ਲੈ ਕੇ ਗਏ ਹਾਂ, ਉਹ ਇੰਡਕਟਿਵ ਅਪਰੋਚ ਹੈ। ਠੀਕ ਹੈ,
ਇੰਡਕਟਿਵ ਅਪਰੋਚ ਆਪਣੀ ਛੋਟੇ ਬੱਚਿਆਂ ਤੇ ਜ਼ਿਆਦਾ ਕਾਮਯਾਬ ਹੈ, ਕਿ ਯਾਨੀ ਛੋਟੇ ਬੱਚਿਆਂ ਦੇ ਲਈ ਟੀਚਰ ਜ਼ਿਆਦਾ ਇੰਡਕਟਿਵ ਅਪਰੋਚ ਯੂਜ਼ ਕਰਦਾ ਹੈ, ਕਿ ਪ੍ਰਾਇਮਰੀ ਲੈਵਲ ਦੇ ਬੱਚੇ ਆ ਉਹਨਾਂ ਤੇ ਜ਼ਿਆਦਾ ਇੰਡਕਟਿਵ ਅਪਰੋਚ ਯੂਜ਼ ਹੁੰਦੀ ਹੈ, ਤੇ ਡਿਡਕਟਿਵ ਅਪਰੋਚ ਯੂਜ਼ ਹੁੰਦੀ ਹੈ ਜਿਹੜੇ ਕਿ ਹਾਇਰ ਲੈਵਲ ਦੇ ਹੈ ਸਟੂਡੈਂਟ, ਉਹਨਾਂ ਤੇ ਡਿਡਕਟਿਵ ਅਪਰੋਚ ਯੂਜ਼ ਕੀਤੀ ਜਾਂਦੀ ਹੈ। ਹੁਣ ਦੇਖੋ ਇਹਦੇ 'ਚ ਇੱਕ ਡਿਵਰਜੈਂਟ ਥਿੰਕਿੰਗ ਕਨਵਰਜੈਂਟ ਥਿੰਕਿੰਗ ਦਾ ਪੁਆਇੰਟ ਹੈ। ਡਿਵਰਜੈਂਟ ਥਿੰਕਿੰਗ ਬਹੁ ਚਿੰਤਨ, ਜਿੱਥੇ ਬੱਚਾ ਚਾਰੇ ਦਿਸ਼ਾਵਾਂ 'ਚ ਸੋਚਦਾ, ਜਿਵੇਂ ਕਲਾਸ ਦੇ ਵਿੱਚ ਟੀਚਰ ਕਹਿ ਦੇ ਆਈ ਐਮ ਗੋਇੰਗ ਟੂ ਸਕੂਲ, ਮੈਂ ਸਕੂਲ ਜਾ ਰਿਹਾ, ਇਹਦੇ ਵਿੱਚ ਬੱਚੇ ਨੂੰ ਕਹਿ ਦੇਵੇ ਕਿ ਤੁਸੀਂ ਫਾਈਂਡ ਕਰੋ ਕਿ ਇੱਥੇ ਕਿਹੜਾ ਰੂਲ ਅਪਲਾਈ ਹੋ ਰਿਹਾ, ਤਾਂ ਬੱਚਾ ਸਭ ਤੋਂ ਪਹਿਲਾਂ ਸੋਚਣਾ ਸ਼ੁਰੂ ਕਰੂਗਾ ਕਿ ਇਹਦੇ ਵਿੱਚ ਟੈਂਸ ਦੇ ਕਿਹੜਾ ਟੈਂਸ ਅਪਲਾਈ ਹੋ ਰਿਹਾ, ਇਨਡੈਫੀਨੇਟ, ਕੰਟੀਨਿਊਸ, ਪਰਫੈਕਟ ਕੰਟੀਨਿਊਸ। ਜਦੋਂ ਬੱਚਾ ਆਪਣੇ ਆਪ ਉੱਥੇ ਰੂਲ ਤੇ ਆਉਣ ਦੀ ਕੋਸ਼ਿਸ਼ ਕਰੂਗਾ ਐਗਜ਼ਾਮਪਲ ਤੋਂ, ਤਾਂ ਇੱਥੇ ਉਹ ਆਪਦਾ ਬਹੁਵਿਧ ਚਿੰਤਨ ਵੀ ਯੂਜ਼ ਕਰ ਰਿਹਾ, ਡਿਵਰਜੈਂਟ ਥਿੰਕਿੰਗ ਵੀ, ਉਹ ਚਾਰੇ ਦਿਸ਼ਾਵਾਂ 'ਚ ਸੋਚੂਗਾ ਕਿ ਇਹਦੇ 'ਚ ਕਿਹੜਾ ਟੈਂਸ ਅਪਲਾਈ ਹੋ ਰਿਹਾ, ਤਾਂ ਉਹ ਇੰਡਕਟਿਵ ਅਪਰੋਚ ਹੋਊਗੀ। ਡਿਡਕਟਿਵ ਅਪਰੋਚ ਦੇ ਵਿੱਚ ਕੀ ਹੈ, ਅਸੀਂ ਬੱਚੇ ਨੂੰ ਪਹਿਲਾਂ ਸਮਝਾਤਾ ਕਿ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਹੈ, ਉਹਦੇ ਵਿੱਚ ਇਜ਼ ਐਮ ਆਰ ਪਲੱਸ ਵਰਬ ਦੀ ਫਸਟ ਫਾਰਮ ਦੇ ਨਾਲ ING ਯੂਜ਼ ਹੁੰਦਾ। ਫਿਰ ਅਸੀਂ ਬੱਚੇ ਨੂੰ ਅੱਗੇ ਉਸ ਤੋਂ ਐਗਜ਼ਾਮਪਲ ਕਰਾਉਣੀ ਸ਼ੁਰੂ ਕੀਤੀ, ਆਈ ਐਮ ਗੋਇੰਗ ਟੂ ਸਕੂਲ। ਇਹਦੇ ਵਿੱਚ ਬੱਚੇ ਨੂੰ ਹੁਣ ਪਹਿਲਾਂ ਹੀ ਆਪਾਂ ਰੂਲ ਦੇਤੇ ਹੈ, ਪਹਿਲਾਂ ਉਹਨੂੰ ਆਪਾਂ ਰੂਲ ਸਮਝਾ ਕੇ ਫਿਰ ਐਗਜ਼ਾਮਪਲ ਵੱਲ ਲੈ ਕੇ ਗਏ ਆ, ਤਾਂ ਫਿਰ ਇੱਥੇ ਕੀ ਹੈ, ਡਿਡਕਟਿਵ ਅਪਰੋਚ। ਇਹਦੇ ਅੱਜ ਦੇ ਆਪਾਂ ਟੌਪਿਕ ਦੇ ਵਿੱਚ ਕਈ ਸਾਰੇ ਟੌਪਿਕ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਆਪਾਂ ਇੰਡਕਟਿਵ ਡਿਡਕਟਿਵ ਅਪਰੋਚ, ਜਿਹਨੂੰ ਪੰਜਾਬੀ 'ਚ ਆਗਮਨ ਵਿਧੀ ਨਿਗਮਨ ਵਿਧੀ ਕਹਿੰਦੇ ਆ, ਤੇ ਨਾਲ ਹੀ ਆਪਾਂ ਸਾਈਕੋਲੋਜੀ ਦੇ ਟੌਪਿਕ ਕਨਵਰਜੈਂਟ ਡਿਵਰਜੈਂਟ ਥਿੰਕਿੰਗ ਬਾਰੇ ਵੀ ਗੱਲ ਕੀਤੀ ਹੈ। ਹੋਪ ਸੋ ਕਿ ਇਹਨਾਂ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਇਹ ਪੁਆਇੰਟਸ ਨੂੰ ਧਿਆਨ ਨਾਲ ਯਾਦ ਕਰ ਲਿਓ, ਕਿਉਂਕਿ ਇਹਨਾਂ ਦੇ ਵਿੱਚੋਂ ਹੀ ਕੁਐਸਚਨ ਬਣਨੇ ਆ। ਥੈਂਕਸ। ਤੇ ਮੇਰੀ ਵੀਡੀਓ ਚੰਗੀ ਲੱਗੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ, ਲਾਈਕ, ਸ਼ੇਅਰ, ਕਮੈਂਟ ਕਰਨਾ ਨਾ ਭੁੱਲੋ, ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ।